ਜਾਂ ਜਿਹੜੇ ਲੋਕ ਨੇ ਕਿਸੇ ਪਾਰਟੀ ਦੇ नहीं, ਕਿਸੇ यूनियन लीडर ਦੇ नहीं, ਇਹ ਇਸ ਵੇਲੇ ਲੋਕ ਆਪ ਆਏ ਹੋਏ ਨੇ ਆਪਣੀ ਹੋਂਦ ਬਚਾਉਣ ਲਈ। ਜੇ ਕੋਈ ਸੋਚੇ ਵੀ ਇਹ ਕਿਸੇ ਕੋਈ ਇਹਨਾਂ ਨੂੰ ਡਾਇਰੈਕਸ਼ਨ ਦੇ ਦੇਗਾ, ਕੋਈ ਇਹਨਾਂ ਨੂੰ ਆਰਡਰ ਦੇ ਲੇਗਾ, ਉਹ ਗੱਲ ਨਹੀਂ ਚੱਲਣੀ। ਇਸ ਸਿਚੁਏਸ਼ਨ ਨੂੰ ਕੰਟਰੋਲ ਨਹੀਂ ਕਰਨਗੇ, ਸਿੱਧੀ ਗੱਲਬਾਤ ਆਪ ਨਹੀਂ ਕਰਨਗੇ, ਉਹਨਾਂ ਚਿਰ ਹੁਣ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਹੋਰ ਕਿਸੇ ਦੇ ਪੱਲੇ ਕੁਛ ਨਹੀਂਗਾ। ਸੌਖਾ ਤਰੀਕਾ ਸਭ ਤੋਂ ਇਹੀ ਆ ਵੀ ਸਭ ਤੋਂ ਪਹਿਲਾਂ ਕਹਿਣ ਵੀ ਭਾਈ ਤਿੰਨੋਂ ਬਿੱਲ ਰੱਦ ਤੇ ਸਾਰੇ ਆਪਣੇ ਆਪਣੇ ਘਰਾਂ ਨੂੰ ਮੁੜ ਜਾਓ। ਨਹੀਂ ਇਸ ਵੇਲੇ ਸਥਿਤੀ ਬੜੀ ਔਖੀ ਆ ਵੀ ਕਿਹਦੇ ਨਾਲ ਗੱਲ ਕਰੋਗੇ। ਹੁਣ ਔਖਾ ਹੋ ਗਿਆ ਕੰਮ, ਇਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੈ। ਤੇ ਮੁੜ ਕੇ ਖੱਟਰ ਸਾਹਿਬ ਦੇ ਫੇਰ ਬਿਆਨ ਜਿਹੜੇ ਉੱਤੋਂ ਜ਼ਹਿਰ ਭਰੇ ਆ ਰਹੇ ਆ, ਇਹੀ ਗੱਲਾਂ ਜਿਆਨੀ ਸਾਹਿਬ ਉੱਥੇ ਰੌਲਾ ਪਾਉਂਦੇ ਸੀ ਪਹਿਲਾਂ। ਉੱਥੋਂ ਬੜੇ ਵਾਰ ਉਹਨਾਂ ਨੇ ਸੁਨੇਹੇ ਭੇਜੇ ਵੀ ਗੱਲ ਕਰ ਲਓ, ਗੱਲ ਕਰ ਲਓ। ਪਹਿਲਾਂ ਤਾਂ ਜਿਆਨੀ ਸਾਹਿਬ ਨੂੰ ਨਹੀਂ ਅੰਦਰ ਵਾੜਿਆ ਉਹਨਾਂ ਨੇ। ਪੰਜਾਬ ਦੇ ਬੀਜੇਪੀ ਵਾਲੇ ਲੀਡਰ ਕਿੱਥੇ ਨੇ? ਕਿਸੇ ਚੈਨਲ ਤੇ ਕਿਸੇ ਗੱਲਬਾਤ 'ਚ ਮੂਹਰੇ ਆ ਕੇ ਤੁਹਾਡੇ ਨਾਲ ਗੱਲ ਕਰਨ। ਜਿਹੜੇ ਬੜੇ ਬੜੇ ਅੱਗ ਲਾ ਕੇ ਚਲੇ ਗਏ, ਉਦੋਂ ਕਹਿੰਦੇ ਸੀ ਜੀ ਅਸੀਂ ਸਟ੍ਰੈਚਰਾਂ ਤੇ ਪਾ ਕੇ ਭੇਜਾਂਗੇ, ਉਦੋਂ ਕਹਿੰਦੇ ਸੀ ਜੀ ਅਸੀਂ ਸਾਡੇ ਤੇ ਹਮਲੇ ਹੋ ਰਹੇ ਨੇ। ਹੁਣ ਭਾਈ ਲੱਖਾਂ ਬੰਦਾ ਆ ਕੇ ਉਰੇ ਦਿੱਲੀ ਨੂੰ ਘੇਰੀ ਬੈਠਾ, ਹੁਣ ਤੁਸੀਂ ਕਿੱਥੇ ਹੋ? ਕਿਸਾਨਾਂ ਨੇ ਦਿੱਲੀ ਤੇ ਬਾਹਰ ਪੂਰੇ ਧਰਨੇ ਲਾਏ ਹੋਏ ਨੇ। ਕੁਝ ਕਿਸਾਨ ਦਿੱਲੀ ਵੀ ਪਹੁੰਚੇ। ਕਾਂਗਰਸ ਐਮਪੀ ਰਵਨੀਤ ਬਿੱਟੂ ਪਿਛਲੇ 2-3 ਦਿਨਾਂ ਤੋਂ ਇੱਥੇ ਆ ਰਹੇ ਨੇ। ਕੱਲ ਸਿੰਧੂ ਬਾਰਡਰ ਕੇ, ਅੱਜ ਬੁਰਾੜੀ ਵੀ ਗਏ। ਇਸ ਵਕਤ ਮੇਰੇ ਨਾਲ ਨੇ, ਗੱਲਬਾਤ ਕਰਾਂਗੇ, ਸਾਰੀਆਂ ਚੀਜ਼ਾਂ ਸਮਝਾਂਗੇ ਵੀ। ਸਭ ਤੋਂ ਪਹਿਲਾਂ ਬਿੱਟੂ ਸਾਹਿਬ, ਤੁਸੀਂ ਕੱਲ ਸਿੰਧੂ ਬਾਰਡਰ ਗਏ, ਬੁਰਾੜੀ ਗਏ, ਤੁਸੀਂ ਕਿਆ ਕੁਝ ਦੇਖਿਆ? ਤੇ ਅੱਜ ਜਿਸ ਤਰ੍ਹਾਂ ਮਨਾ ਵੀ ਕਰਤਾ ਉਹਨਾਂ ਨੇ ਕਿ ਅਸੀਂ ਨਹੀਂ ਮੀਟਿੰਗ ਵਾਸਤੇ ਆਉਣਾ, ਜਿਹੜਾ ਹੋਏਗਾ ਆਪਾਂ ਉੱਥੇ ਹੀ ਰਹਿਣਾ, ਬੁਰਾੜੀ ਨਹੀਂ ਆਉਣਾ। ਦੇਖੋ ਇੱਕ ਗੱਲ ਜਿਹੜੀ ਮੈਂ 2-3 ਦਿਨ 'ਚ ਦੇਖੀ ਆ ਇਹ ਇੱਥੇ ਐਜੀਟੇਸ਼ਨਾਂ 'ਚ, ਧਰਨਿਆਂ 'ਚ, ਇੱਕ ਤਾਂ ਇਹ ਗੱਲ ਸਮਝਣ ਵਾਲੀ ਆ ਵੀ ਇਹ ਐਜੀਟੇਸ਼ਨ ਜਾਂ ਜਿਹੜੇ ਲੋਕ ਨੇ ਕਿਸੇ ਪਾਰਟੀ ਦੇ ਨਹੀਂ, ਕਿਸੇ ਯੂਨੀਅਨ ਲੀਡਰ ਦੇ ਨਹੀਂ, ਇਹ ਇਸ ਵੇਲੇ ਲੋਕ ਆਪ ਆਏ ਹੋਏ ਨੇ ਆਪਣੀ ਹੋਂਦ ਬਚਾਉਣ ਲਈ। ਜੇ ਕੋਈ ਸੋਚੇ ਵੀ ਇਹ ਕਿਸੇ ਕੋਈ ਇਹਨਾਂ ਨੂੰ ਡਾਇਰੈਕਸ਼ਨ ਦੇ ਦੇਗਾ, ਕੋਈ ਇਹਨਾਂ ਨੂੰ ਆਰਡਰ ਦੇ ਲੇਗਾ, ਉਹ ਗੱਲ ਨਹੀਂ ਚੱਲਣੀ। ਇਹ ਲੋਕ ਜਿਹੜੇ ਨੇ ਹਰ ਕੋਨੇ ਤੋਂ ਪੰਜਾਬ ਦੇ ਹਰ ਬਾਰਡਰ ਤੇ ਹੁਣ 50-50 ਹਜ਼ਾਰ ਟਰਾਲੀਆਂ ਖੜੀਆਂ, ਤੁਸੀਂ ਆਪ ਦੇਖਿਆ ਏ ਕਿਸ ਤਰੀਕੇ ਨਾਲ। ਕੋਈ ਸਿੰਗਰ ਆ ਰਿਹਾ, ਉਹਦੇ ਨਾਲ ਕੋਈ ਨੌਜਵਾਨ ਜਥੇਬੰਦੀਆਂ ਆ ਰਹੀਆਂ ਏ, ਉਹਨਾਂ ਦੇ ਨਾਲ ਨੇ। ਹਰ ਬੰਦਾ ਦੇਖੋ, ਕੋਈ ਯੂਨੀਵਰਸਿਟੀਜ਼ ਦੇ ਉੱਥੇ ਅਲੱਗ-ਅਲੱਗ ਜਿਹੜੇ ਨਾਅਰੇ ਚੱਲ ਰਹੇ ਨੇ, ਕੋਈ ਪਟਿਆਲੇ ਯੂਨੀਵਰਸਿਟੀ, ਕੋਈ ਚੰਡੀਗੜ੍ਹ ਯੂਨੀਵਰਸਿਟੀ, ਕੋਈ ਇੱਥੋਂ ਆਪਣੇ ਦਿੱਲੀ ਯੂਨੀਵਰਸਿਟੀ ਤੋਂ। ਹੁਣ ਉੱਥੇ ਜਿਹੜਾ ਏ, ਜਿਹੜੀ ਇਹੀ ਚੀਜ਼ ਤੋਂ ਅਸੀਂ ਉਸੋਂ ਕਹਿੰਦੇ ਸੀ ਨਾ ਜਦੋਂ ਪੰਜਾਬ 'ਚ ਬੈਠੇ ਸੀ ਧਰਨੇ ਲਾਈ ਵੀ ਸੁਣ ਲਓ, ਮੰਨ ਲਓ। ਹੁਣ ਇਸ ਵੇਲੇ ਪਹਿਲੀ ਗੱਲ ਤਾਂ ਇਹੀ ਔਖਾ ਹੈ ਵੀ ਗੱਲ ਕਰਨੀ ਕਿਹਦੇ ਨਾਲ ਆ। ਜਦੋਂ ਤਾਂ 31 ਜਥੇਬੰਦੀਆਂ ਸੀ, 30 ਜਥੇਬੰਦੀਆਂ ਸੀ, ਉਹ ਸੀ। ਹੁਣ ਇਸ ਵੇਲੇ ਜੋ ਮੈਂ ਆਪਣਾ ਐਕਸਪੀਰੀਅੰਸ ਦੱਸਦਾ, ਉੱਥੇ ਜਾ ਕੇ ਦੇਖਿਆ ਵੀ ਪਤਾ ਨਹੀਂ ਕਿਵੇਂ ਹੁਣ ਇਹ ਗੱਲ ਚੱਲੇਗੀ, ਕਿਹਦੇ ਇਹ ਥੱਲੇ ਚੱਲੇਗੀ। ਕਿਉਂਕਿ ਆਹ ਜਿਹੜਾ ਤੁਸੀਂ ਮਨਾ ਕਰਨ ਵਾਲੀ ਗੱਲ ਕਰਦੇ ਹੋ ਨਾ, ਦੇਖੋ ਇੱਕ ਗੱਲ ਤਾਂ ਕਲੀਅਰ ਆ, ਜਿੰਨਾ ਚਿਰ ਹੁਣ ਅਮਿਤ ਸ਼ਾਹ ਜੀ ਆਪ ਇਸ ਸਿਚੁਏਸ਼ਨ ਨੂੰ ਕੰਟਰੋਲ ਨਹੀਂ ਕਰਨਗੇ, ਸਿੱਧੀ ਗੱਲਬਾਤ ਆਪ ਨਹੀਂ ਕਰਨਗੇ, ਉਹਨਾਂ ਚਿਰ ਹੁਣ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਹੋਰ ਕਿਸੇ ਦੇ ਪੱਲੇ ਕੁਛ ਨਹੀਂਗਾ। ਜੇ ਦਾਣੇ ਆ ਤਾਂ ਉਹ ਅਮਿਤ ਸ਼ਾਹ ਜੀ ਦੇ ਕੋਲ ਹੀ ਨੇ। ਉਹਨਾਂ ਨੂੰ ਆਪ ਹੁਣ ਦੇਖਣਾ ਪਊਗਾ ਵੀ ਕਿਹੜੇ ਬੰਦੇ ਕੋਲ ਸੱਦਣੇ ਆ। ਜਿਵੇਂ ਕੱਲ੍ਹ ਦੇਖੋ ਇੱਕੋ ਬੰਦਾ ਬੀਜੇਪੀ 'ਚ ਸੀਗਾ ਜਿਹਨੇ, ਜਿਆਨੀ ਸਾਹਿਬ, ਜਿਹਨੇ ਮਤਲਬ ਦਿਲੋਂ ਰੋਲ ਪਲੇ ਕੀਤਾ ਕਿਸਾਨ ਮਜ਼ਦੂਰਾਂ ਆੜ੍ਹਤੀਆਂ ਲਈ। ਉਹ ਬੰਦਾ ਕੱਲ੍ਹ ਤੇ ਗਰੇਵਾਲ ਸਾਹਿਬ ਉਹਨਾਂ ਨੇ ਸੱਦੇ ਹੋਏ ਸੀ। ਪਰ ਹੁਣ ਗੱਲ ਬਹੁਤ ਦੂਰ ਚਲੀ ਗਈ ਆ। ਹੁਣ ਇਕੱਲੇ ਬੀਜੇਪੀ ਲੀਡਰ ਬੁਲਾ ਕੇ ਗੱਲ ਨਹੀਂ ਬਣਨੀ, ਨਾਲ ਸ਼ਰਤ ਰੱਖ ਕੇ ਵੀ ਤੁਸੀਂ ਇਹ ਮੈਦਾਨ 'ਚ ਆ ਜਾਓ। ਹੁਣ ਮੈਦਾਨ 'ਚ ਆਵੇ ਤਾਂ ਜੇ ਕੋਈ ਜਥੇਬੰਦੀ ਦੀ ਕੋਈ ਗੱਲ ਸੁਣੂਗਾ। ਹੁਣ ਤਾਂ ਸਾਰੇ ਇੱਥੇ ਸਾਰਾ ਪੰਜਾਬ ਆ ਗਿਆ ਤੇ ਹਰੇਕ ਦੀ ਆਪਣੀ ਆਪਣੀ ਗੱਲ ਆ। ਇਹਨੂੰ ਜਲਦੀ ਤੋਂ ਜਲਦੀ ਇਹ ਤਾਂ ਸਿੱਧੀਆਂ ਅਨਾਊਂਸਮੈਂਟਾਂ ਹੁਣ ਕਰਨੀਆਂ ਪੈਣਗੀਆਂ ਇਹਨਾਂ ਨਾਲ ਵੀ ਪਹਿਲਾਂ ਭਾਈ ਅਸੀਂ ਬਿੱਲ ਰੱਦ ਕਰਦੇ ਹਾਂ, ਫਿਰ ਤੁਸੀਂ ਮੁੜੋ ਸਾਰੇ। ਉਦੋਂ ਬਾਅਦ ਤੁਹਾਡੇ ਜਥੇਬੰਦੀਆਂ ਨਾਲ, ਤੁਹਾਡੇ ਨਾਲ ਅਸੀਂ ਗੱਲਬਾਤ ਕਰਕੇ ਕਿਵੇਂ ਬਿੱਲ ਬਣਾਉਣੇ ਆ, ਕਿਵੇਂ ਨਹੀਂ ਬਣਾਉਣੇ, ਉਹ ਬਾਅਦ ਦੀ। ਹੁਣ ਜੇ ਸੌਖਾ ਤਰੀਕਾ ਸਭ ਤੋਂ ਇਹੀ ਆ ਵੀ ਸਭ ਤੋਂ ਪਹਿਲਾਂ ਕਹਿਣ ਵੀ ਭਾਈ ਤਿੰਨੋਂ ਬਿੱਲ ਰੱਦ ਤੇ ਸਾਰੇ ਆਪਣੇ ਆਪਣੇ ਘਰਾਂ ਨੂੰ ਮੁੜ ਜਾਓ। ਨਹੀਂ ਇਸ ਵੇਲੇ ਸਥਿਤੀ ਬੜੀ ਔਖੀ ਆ ਵੀ ਕਿਹਦੇ ਨਾਲ ਗੱਲ ਕਰੋਗੇ, ਕੌਣ ਕਰੂਗਾ, ਕੌਣ ਤੁਹਾਡੀ ਮੰਨੂਗਾ। ਕਿਉਂਕਿ ਸਾਰਾ ਪੰਜਾਬ ਹੀ ਬੈਠਾ ਤੇ ਇਹ ਕਿਸੇ ਦੀ ਹੁਣ ਜਿਹੜੇ ਜੇ ਤੁਸੀਂ ਕਹੋ ਵੀ ਕਿਸੇ ਇੱਕ ਜਥੇਬੰਦੀ ਦੀ ਕੋਈ ਗੱਲ ਸੁਣ ਲੈਂਗੇ, ਜਥੇਬੰਦੀਆਂ ਵੀ ਸਾਰੀਆਂ ਅਲੱਗ-ਅਲੱਗ ਬੈਠੀਆਂ। ਹੁਣ ਦੇਖੋ ਕੋਈ ਕਿੱਧਰਲੇ ਪਾਸੇ ਬੈਠਾ, ਕਿੱਧਰਲੇ ਪਾਸੇ ਬੈਠਾ, ਕਿਸੇ ਨਾਲ ਅਮਿਤ ਸ਼ਾਹ ਜੀ ਗੱਲ ਕਰ ਰਹੇ, ਕਿਸੇ ਨਾਲ ਨਹੀਂ ਕਰ ਰਹੇ। ਇਸ ਕਰਕੇ ਬਹੁਤ ਜਿਹੜਾ ਉਹ ਸਥਿਤੀ ਨੂੰ ਆਪ ਇਹਨਾਂ ਨੇ ਔਖਾ ਕਰ ਲਿਆ। ਤੇ ਦੂਜੀ ਹਰਿਆਣੇ ਵਾਲੇ ਡਟੇ ਖੜੇ ਆ ਨਾਲ। ਅੱਜ ਛੋਟੀਆਂ ਛੋਟੀਆਂ ਬੱਚੀਆਂ, ਜਦ ਮੈਂ ਸਵੇਰੇ ਗਿਆ ਤੇ ਸਾਰੇ
ਉਹ ਚਾਹ ਲੈ ਕੇ ਭੈਣ ਭਰਾ ਭਾਈ ਸਾਰੇ ਉਹਨਾਂ ਦੀ ਸੇਵਾ ਕਰ ਰਹੇ ਆ, ਤੇ ਇਸ ਕਰਕੇ ਉਹਨਾਂ ਨੂੰ ਤਾਂ ਕੋਈ ਇਹ ਹੈ ਹੀ ਨਹੀਂਗਾ। ਉਹ ਤਾਂ ਜਿਵੇਂ ਇੱਕ ਸਮਝ ਲਓ ਜਿਹੜਾ ਲੰਗਰ ਚੱਲ ਰਿਹਾ ਹੈ ਪੰਜਾਬੀਆਂ 'ਚ ਤਾਂ ਇਹ ਪ੍ਰਥਾ ਹੀ ਆ ਲੰਗਰ ਦੀ, ਉਹ ਲੰਗਰ ਚੱਲਦੇ ਹੀ ਰਹਿੰਦੇ ਆ ਪੰਜਾਬ 'ਚ, ਉਹ ਇੱਥੇ ਚੱਲ ਰਹੇ ਆ। ਜਿਹੜੇ ਅਸੀਂ ਗੁਰੂਆਂ ਦੇ ਜਦੋਂ ਵੀ ਦਿਹਾੜੇ ਆਉਂਦੇ ਆ ਨਗਰ ਕੀਰਤਨ ਕੱਢਦੇ ਆ ਬੜੇ ਬੜੇ, ਉਸ ਤਰੀਕੇ ਨਾਲ ਇਹ ਨਗਰ ਕੀਰਤਨ ਸਮਝ ਲਓ, ਇੱਕ ਨਗਰ ਕੀਰਤਨ ਇਹ ਕੱਢਿਆ ਸਮਝ ਲਓ। ਇਸ ਕਰਕੇ ਇਹ ਤਾਂ ਹੁਣ ਔਖਾ ਹੋ ਗਿਆ ਕੰਮ, ਇਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੈ। ਤੇ ਮੁੜ ਕੇ ਖੱਟਰ ਸਾਹਿਬ ਦੇ ਫੇਰ ਬਿਆਨ ਜਿਹੜੇ ਉੱਤੋਂ ਜ਼ਹਿਰ ਭਰੇ ਆ ਰਹੇ ਆ। ਤੇ ਮੈਂ ਜਿਹੜੀ ਗੱਲ ਕਹੀ ਆ ਵੀ ਹੁਣ ਪਹਿਲਾਂ ਇੱਕੋ ਹੀ ਤਰੀਕਾ ਬਚਦਾ ਵੀ ਇਹ ਤਿੰਨੋਂ ਬਿੱਲ ਪਹਿਲਾਂ ਰੱਦ ਕਰਨ, ਕਿਉਂਕਿ ਗੱਲ ਕਰਨ ਨੂੰ ਮੈਨੂੰ ਨਹੀਂ ਲੱਗਦਾ ਵੀ ਔਖੀ ਸਿੱਖੀ ਇਹ ਗੱਲ ਕਿਹਦੇ ਨਾਲ ਕਰਨਗੇ ਤੇ ਕੌਣ ਇਹਨਾਂ ਨਾਲ ਗੱਲ ਕਰੂਗਾ। ਇਹ ਵੱਡਾ ਕੁਐਸਚਨ ਅੱਜ ਦੀ ਤਰੀਕ 'ਚ ਖੜਾ ਹੋ ਗਿਆ, ਕਿਉਂਕਿ ਮੈਂ ਜਿੰਨਾ ਕੁ ਤੁਸੀਂ ਵੀ ਉੱਥੇ ਸਾਰਾ ਦਿਨ ਦੇ ਉੱਥੇ ਹੀ ਹੋ, ਤੁਹਾਨੂੰ ਨਹੀਂ ਪਤਾ ਵੀ ਦੇਖੋ ਕਿਵੇਂ ਉੱਥੇ ਜਦੋਂ ਬੱਬੂ ਮਾਨ ਆਏ ਲੋਕ ਉਹਨਾਂ ਦੇ ਨਾਲ ਨੇ, ਕੱਲ੍ਹ ਨੂੰ ਹੋਰ ਕੋਈ ਆ ਰਿਹਾ ਉਹਨਾਂ ਦੇ ਨਾਲ ਨੇ, ਉੱਥੇ ਪਤਾ ਹੀ ਨਹੀਂ ਲੱਗਣਾ। ਹੁਣ यही सवाल है कि डेडलॉक तो इस तरह खत्म ही नहीं होएगा। सेंटर कह रहे कि बुराड़ी आओ, इस तरह जानी साहब नाल भी साडी गल हुई, उन्होंने एक एग्जाम्पल दिता, उन्होंने कहना तुहाडे घर कोई मेहमान आंदा है तो पहला तुसीं उहनूं कमरे 'च बिठांदे हो, पानी पिआंदे हो, फिर गल हुंदी है। असीं उन्होंने कह रहे हो साडे मेहमान ने कि बुराड़ी आओ, बैठो, रोटी पानी खाओ, गलबात करदे आ, ते वो आ जाण तां कुछ गल नहीं, गल तां करनी है जिहड़ी टेबल टॉक होनी है। पर वो कहंदे किसान बुराड़ी आज किसान भी एडमेंट बने होए कि असीं नहीं जाना, सेंटर भी तक डेडलॉक किदां टुटेगा फिर। ਦੇਖੋ ਗੱਲ ਸਿੱਖੋ, ਜਿਹੜੀ ਤੁਸੀਂ ਗੱਲ ਪਹਿਲੀ ਸਭ ਤੋਂ ਜਿਆਨੀ ਸਾਹਿਬ ਦੀ ਕਹੀ ਬਈ ਇਹੀ ਗੱਲਾਂ ਜਿਆਨੀ ਸਾਹਿਬ ਉੱਥੇ ਰੌਲਾ ਪਾਉਂਦੇ ਸੀ ਪਹਿਲਾਂ, ਉੱਥੋਂ ਬੜੇ ਵਾਰ ਉਹਨਾਂ ਨੇ ਸੁਨੇਹੇ ਭੇਜੇ ਵੀ ਗੱਲ ਕਰ ਲਓ। ਪਹਿਲਾਂ ਤਾਂ ਜਿਆਨੀ ਸਾਹਿਬ ਨੂੰ ਨਹੀਂ ਅੰਦਰ ਵਾੜਿਆ ਉਹਨਾਂ ਨੇ। ਹੁਣ ਇਹ ਗੱਲਾਂ ਕਰਦੇ। ਨਾਲੇ ਮੈਨੂੰ ਦੱਸੋ ਇੱਕ ਗਰਾਊਂਡ 'ਚ ਇੱਕ ਮੈਦਾਨ 'ਚ ਇੰਨੇ ਲੱਖ ਟਰਾਲੀਆਂ ਕਿਵੇਂ ਆ ਜਾਣਗੀਆਂ? ਉੱਥੇ ਜੇ ਇੱਕ ਮਹਾਮਾਰੀ ਵੀ ਜੇ ਤੁਸੀਂ ਲਾ ਰਹੇ ਚੱਲ ਰਹੀ ਆ, ਉਹ ਤਾਂ ਸੜਕਾਂ 'ਤੇ ਤਾਂ ਆਸਾਨ ਬੈਠੇ ਨੇ, 5-5 ਕਿਲੋਮੀਟਰ 10-10 ਕਿਲੋਮੀਟਰ ਟਰਾਲੀਆਂ ਖੜੀਆਂ ਏ, ਉੱਥੇ ਲੰਗਰ ਚੱਲ ਰਿਹਾ, ਖੁੱਲ੍ਹੇ ਖੇਤ ਨੇ, ਨਹਾ ਰਹੇ ਆ, ਧੋ ਰਹੇ ਆ, ਬਾਥਰੂਮ ਯੂਜ਼ ਕਰ ਰਹੇ। ਹੁਣ ਮੈਨੂੰ ਤੁਸੀਂ ਇਹ ਦੱਸੋ ਵੀ ਜੇ ਇੱਥੇ ਮੈਦਾਨ ਦੇ ਵਿੱਚ ਆ ਕੇ ਤੁਸੀਂ ਛੋਟੇ ਬਾਥਰੂਮ ਛੋਟੇ ਜਿਹੜੇ ਟੈਂਟ ਨੇ ਉਹਨਾਂ 'ਚ ਵਾੜ ਕੇ ਕਿਸਾਨ ਨੂੰ, ਉਹ ਹੁਣ ਉਹਨਾਂ ਨੂੰ ਤੁਹਾਡੇ 'ਤੇ ਪਹਿਲੀ ਗੱਲ ਤਾਂ ਵਿਸ਼ਵਾਸ ਨਹੀਂ ਨਿਤਨ ਜੀ। ਹੁਣ ਵਿਸ਼ਵਾਸ ਕਿਵੇਂ ਕਰਨ? ਹੁਣ ਇੱਕ ਇਹ ਜਾ ਰਿਹਾ ਲੱਗ ਰਿਹਾ ਵੀ ਤੁਸੀਂ ਉਹਨਾਂ ਨੂੰ ਦੁਬਾਰਾ ਖੁੱਡੇ 'ਚ ਵਾੜ ਕੇ ਤਾੜਨਾ ਚਾਹ ਰਹੇ ਹੋ। ਉਹ ਤੁਹਾਡੇ 'ਤੇ ਜੇ ਤਾਂ ਵਿਸ਼ਵਾਸ ਹੁੰਦਾ ਜਦੀ ਆ ਜਾਂਦੇ, ਮੰਨ ਜਾਂਦੇ। ਹੁਣ ਤੁਹਾਡੇ 'ਤੇ ਵਿਸ਼ਵਾਸ ਨਹੀਂ, ਹੁਣ ਉਹਨਾਂ ਨੇ ਮੰਨਣਾ ਨਹੀਂਗਾ। ਪਹਿਲਾਂ ਕੋਈ ਵਿਸ਼ਵਾਸ ਪੈਦਾ ਕਰਨਾ ਪਊਗਾ, ਪਹਿਲਾਂ ਉਹਨਾਂ ਦੀ ਕੋਈ ਹੱਕ 'ਚ ਗੱਲ ਕਰਨੀ ਪਊਗੀ। ਨਹੀਂ ਤੁਸੀਂ ਦੇਖੋ ਅੱਜ ਕਿੰਨੇਵੇਂ ਦਿਨ ਹੋ ਗਏ ਆਏ ਨੂੰ? 25 ਤਰੀਕ ਤੋਂ ਸ਼ੁਰੂ ਹੋ ਗਿਆ ਸੀ, 26-27 ਦੀ ਮੰਗ ਸੀ। ਅੱਜ ਕੋਈ ਲੀਡਰ, ਤੁਸੀਂ ਕਿਸਾਨ ਯੂਨੀਅਨ ਦੇ ਲੀਡਰ ਨੇ ਜਿਹੜੇ, ਉਹ ਦੇਖੇ ਆ? ਉਹ ਕੋਈ ਲਾਈਨ ਦੇਂਗੇ ਉੱਥੇ, ਕੋਈ ਸੇਧ ਦਿੰਦੇ, ਕੋਈ ਲੈਕਚਰ ਦਿੰਦੇ, ਕੋਈ ਲਾਈਨ ਦਿੰਦੇ? ਜਿਹੜੇ ਉਹ ਲੀਡਰ ਸੀ ਅੱਜ ਕਿੱਥੇ ਚਲੇ ਗਏ? ਉਹ ਆਏ ਹੀ ਨਹੀਂ ਮੂਹਰੇ। ਉਹਨਾਂ ਨੂੰ ਆ ਕੇ ਇਸ ਚੀਜ਼ ਨੂੰ ਹੁਣ ਕੰਟਰੋਲ ਕਰਨਾ ਚਾਹੀਦਾ, ਸਾਂਭਣਾ ਚਾਹੀਦਾ। ਉਹ ਪਰ ਕਿਤੇ ਵੀ ਦਿਖ ਨਹੀਂ ਰਹੇ, ਪਤਾ ਨਹੀਂ ਕਿਤੋਂ ਟੈਲੀਫੋਨਾਂ ਤੋਂ ਗੱਲਾਂ ਕਰ ਰਹੇ ਆ, ਕਿਹਦੇ ਨਾਲ ਨਹੀਂ ਕਰ ਰਹੇ। ਪਰ ਉਹਨਾਂ ਨੂੰ ਹੁਣ ਆਪਣੀ ਲੀਡਰਸ਼ਿਪ ਜਿਹੜੀ ਲੈ ਕੇ ਆਏ ਆ ਇੰਨੇ ਲੋਕਾਂ ਨੂੰ, ਉਹਨਾਂ ਨੂੰ ਆ ਕੇ ਹੁਣ ਕਮਾਂਡ ਵੀ ਦੇਣੀ ਚਾਹੀਦੀ ਹੈ ਕਿਸੇ ਨੂੰ। ਕਮਾਂਡਲੈਸ ਇਸ ਐਜੀਟੇਸ਼ਨ ਨੂੰ ਨਾ ਕਰਨ, ਨਹੀਂ ਇਹਦੇ ਨਤੀਜੇ ਬੜੇ ਮਾੜੇ ਨਿਕਲ ਸਕਦੇ ਆ। ਕਿਉਂਕਿ ਸਰਕਾਰ ਵੀ ਚਾਹੁੰਦੀ ਆ ਕੋਈ ਨਾ ਕੋਈ ਇਹਦੇ ਵਿੱਚ ਐਸੀ ਗੜਬੜ ਹੋ ਜੇ। ਕਿਉਂਕਿ ਮੈਂ ਜਦੋਂ ਦੇਖ ਰਿਹਾ ਹੁਣ, ਠੀਕ ਆ ਕੋਈ ਕਾਮਰੇਡ ਲੀਡਰ ਆ ਰਹੇ ਨੇ, ਕੋਈ ਪੁਰਾਣੇ ਲੀਡਰ ਹੋਰ ਆ ਰਹੇ ਨੇ, ਪਰ ਮੈਨੂੰ ਕਿਸਾਨ ਲੀਡਰ ਜਿਹੜੇ ਵੱਡੇ ਜਿਹੜੇ ਚਿਹਰੇ ਨੇ ਉਹ ਇਸ ਜਗ੍ਹਾ ਨਹੀਂ ਦਿਖੇ। ਤੇ ਉਹਨਾਂ ਦੇ ਕੰਟਰੋਲ 'ਚ ਵੀ ਮੈਂ ਜੇ ਕਹਾਂ ਇਹ ਇਕੱਠ ਆ ਉਹ ਇਸ ਵੇਲੇ ਨਹੀਂ ਰਿਹਾ। ਤੇ ਇਹ ਸੈਂਟਰ ਸਰਕਾਰ ਲਈ ਹੋਰ ਫਿਕਰ ਦੀ ਗੱਲ ਆ, ਇਹ ਚਿੰਤਾ ਦੀ ਗੱਲ ਆ। ਕਿਉਂਕਿ ਇਸ ਵੇਲੇ ਆਪ ਮੁਹਾਰੇ ਲੋਕ ਉਤਰੇ ਆਏ ਤੇ ਲੋਕਾਂ ਦੇ ਮਨ 'ਚ ਜਦੋਂ ਖੱਟਰ ਸਾਹਿਬ ਵਰਗੇ ਬਿਆਨ ਐਸਾ ਦੇ ਦਿੰਦੇ ਆ, ਉਹ ਗੁੱਸਾ ਹੈ ਜਿਹੜਾ ਉਹ ਹੋਰ ਵੱਧ ਜਾਂਦਾ ਹੈ। ਇਹੀ ਖੱਟਰ ਸਾਹਿਬ ਖਾਲਿਸਤਾਨ ਦੀ ਉਹਦੇ ਵਿੱਚ ਕਹਿ ਰਹੇ ਕੁਝ ਲੋਕ ਹੋ ਸਕਦੇ ਨੇ। ਤੇ ਦੂਜੀ ਗੱਲ ਸੋਸ਼ਲ ਮੀਡੀਆ ਤੇ ਵੀ ਕੱਲ ਪੂਰਾ ਦਿਨ ਟ੍ਰੈਂਡ ਚੱਲਦਾ ਰਿਹਾ ਕਿ ਖਾਲਿਸਤਾਨੀ ਇਹ ਹੈ, ਸਪੋਰਟਡ ਹੈ, ਇਹ ਹੈ, ਉਹ ਹੈ। ਦੇਖੋ ਨਾ ਜੀ, ਦੇਖੋ ਅਸੀਂ ਇੱਥੇ ਫਿਰ ਰਹੇ ਹਾਂ, ਸਭ ਤੋਂ ਉਲਟ ਖਾਲਿਸਤਾਨ ਦੇ ਤਾਂ ਮੇਰੇ ਵਰਗੇ ਪਰਿਵਾਰ ਰਹੇ ਆ। ਤੇ ਜੇ ਸਾਨੂੰ ਤਾਂ ਫਿਰ ਜੇ ਇੱਥੇ ਖਾਲਿਸਤਾਨੀ ਹੋਣ ਧਰਨੇ 'ਚ, ਸਭ ਤੋਂ ਪਹਿਲਾਂ ਉਹ ਸਾਡੇ ਗੋਲੀ ਮਾਰਨ ਜਾਂ ਅਸੀਂ ਉਹਨਾਂ ਦੇ ਮਾਰੀਏ। ਇਸ ਕਰਕੇ ਖਾਲਿਸਤਾਨ ਦਾ ਤਾਂ ਕੋਈ ਮਤਲਬ ਨਹੀਂ ਨਾ। ਉਰੇ ਖਾਲਿਸਤਾਨੀ ਕੋਈ ਹੈਗਾ। ਜੇ ਕਿਸੇ ਨੇ ਭਿੰਡਰਾਂ ਵਾਲੇ ਦੀ ਫੋਟੋ ਲਾ ਲਈ, ਉਹ 'ਚ ਉਹਦਾ ਵਿਸ਼ਵਾਸ ਆ ਭਿੰਡਰਾਂ ਵਾਲਾ ਕੋਈ ਟੈਰਰਿਸਟ ਜਿਹੜੀ ਐਕਟੀਵਿਟੀ ਆ ਉਹ ਬਾਅਦ ਸ਼ੁਰੂ ਹੋਈਆਂ ਏ। ਭਿੰਡਰਾਂ ਵਾਲੇ ਵੇਲੇ ਕੋਈ ਟੈਰਰਿਸਟ ਮੁਕਾਬਲੇ ਨਹੀਂ ਹੁੰਦੇ ਸੀਗੇ, ਤੇ ਉਹ ਟੈਰਰਿਸਟ ਜਿਹੜੇ ਉਹ ਬਾਅਦ 'ਚ ਆਏ ਆ। ਭਿੰਡਰਾਂ ਵਾਲੇ ਨੂੰ ਜੇ ਤੁਸੀਂ ਫੋਟੋ ਨੂੰ ਦੇਖ ਕੇ ਇਹ ਗੱਲ ਕਹੋਗੇ ਵੀ ਇਹ ਟੈਰਰਿਸਟ ਨੇ, ਉਹ ਗੱਲ ਸਮਝਣ 'ਚ ਫਿਰ ਤੁਹਾਡੇ ਕਮੀ ਆ, ਗਲਤ ਆ। ਭਿੰਡਰਾਂ ਵਾਲੇ ਦੀ ਫੋਟੋ ਤਾਂ ਤੁਸੀਂ ਜਾ ਕੇ ਪੰਜਾਬ 'ਚ ਦੇਖੋ, ਹਰ ਗੁਰਦੁਆਰੇ 'ਚ ਵੀ ਲੱਗੀ ਆ, ਹਰ ਪਿੰਡ ਦੇ ਗੁਰਦੁਆਰੇ 'ਚ ਲੱਗੀ ਆ। ਉਹਨੂੰ ਇਸ ਕਰਕੇ ਨਾ ਲੜਾਓ। ਮੇਰੀ ਜਿੰਨੀ ਮੈਂ ਜਿੰਨਾ ਉਲਟ ਆ,
ਇਸ ਗੱਲ ਦੇ ਕੋਈ ਵੀ ਨਹੀਂਗਾ। ਪਰ ਮੈਂ ਜੇ ਕਹੂੰ ਤੁਸੀਂ ਭਿੰਡਰਾਂ ਵਾਲੇ ਦੀ ਫੋਟੋ ਲੜਾ ਕੇ ਵੀ ਇਹ ਖਾਲਿਸਤਾਨੀ ਅੱਤਵਾਦੀ ਆ, ਫਿਰ ਤੁਸੀਂ ਇਹਦਾ ਮਤਲਬ ਤੁਹਾਡੀ ਨੀਤ ਸਾਫ਼ ਨਹੀਂ ਗੀ, ਕਿਤੇ ਨਾ ਕਿਤੇ ਤੁਸੀਂ ਹਜੇ ਵੀ ਕੋਈ ਨਾ ਕੋਈ ਤੁਹਾਡੇ ਮਨ 'ਚ ਪਾਪ ਆ। ਅਤੇ ਇੱਕ ਗੱਲ ਮੈਂ ਤੁਹਾਡੇ ਚੈਨਲ ਰਾਹੀਂ ਪਹੁੰਚਾਉਣਾ ਚਾਹੁੰਦਾ, ਮੈਨੂੰ ਅੱਜ ਦੱਸੋ ਵੀ ਪੰਜਾਬ ਦੇ BJP ਵਾਲੇ ਲੀਡਰ ਕਿੱਥੇ ਆ? ਕਿਸੇ ਚੈਨਲ 'ਤੇ ਕਿਸੇ ਗੱਲਬਾਤ 'ਚ ਮੂਹਰੇ ਆ ਕੇ ਤੁਹਾਡੇ ਨਾਲ ਗੱਲ ਕਰਨ, ਜਿਹੜੇ ਬੜੇ ਬੜੇ ਅੱਗ ਲਾ ਕੇ ਚਲੇ ਗਏ। ਉਦੋਂ ਕਹਿੰਦੇ ਸੀ ਜੀ ਅਸੀਂ ਸਟ੍ਰੈਚਰਾਂ 'ਤੇ ਪਾ ਕੇ ਭੇਜਾਂਗੇ, ਉਦੋਂ ਕਹਿੰਦੇ ਸੀ ਜੀ ਅਸੀਂ ਸਾਡੇ 'ਤੇ ਹਮਲੇ ਹੋ ਰਹੇ ਨੇ। ਹੁਣ ਭਾਈ ਲੱਖਾਂ ਬੰਦਾ ਆ ਕੇ ਉਰੇ ਦਿੱਲੀ ਨੂੰ ਘੇਰੀ ਬੈਠਾ, ਹੁਣ ਤੁਸੀਂ ਕਿੱਥੇ ਹੋ? ਜਦ ਬਿੱਟੂ ਜਾਂ ਹੋਰਾਂ ਦੇ ਬਿਆਨ ਬੜੇ ਲੱਗਦੇ ਸੀ ਬੁਰੇ, ਵੀ ਬਿੱਟੂ ਇਹਨਾਂ ਨੂੰ ਉਕਸਾ ਰਿਹਾ ਜੀ, ਇਹਨਾਂ ਨੂੰ ਕਹਿ ਰਿਹਾ ਮਾਰੋ ਜੀ, ਆਹ ਕਰੋ ਜੀ। ਹੁਣ ਚੰਗੇ ਰਹੇ ਹੋ, ਹੁਣ ਜਦ ਸਾਰੇ ਦਿੱਲੀ ਨੂੰ ਘੇਰਾ, ਇਹ ਤੁਹਾਡੇ ਬਿਆਨਾਂ ਨੇ ਦਵਾਇਆ। ਹੁਣ ਤੁਸੀਂ ਹਰਿਆਣੇ ਤੋਂ ਬਿਆਨ ਦਿਵਾ ਰਹੇ ਹੋ। ਇਸ ਵੇਲੇ ਜਿਹੜੇ ਹਰਿਆਣੇ ਦੇ ਇਹਨਾਂ ਦੇ ਟੈਲੀਫੋਨ ਹੀ ਜਾ ਰਹੇ ਆ ਪੰਜਾਬ ਦੇ, ਮੈਨੂੰ ਜੋ ਪਤਾ ਹੈ BJP ਵਾਲਿਆਂ ਦੇ ਟੈਲੀਫੋਨ ਜਾ ਰਹੇ ਆ ਪੰਜਾਬ ਦੇ BJP ਵਾਲਿਆਂ ਦੇ, ਵੀ ਇਹ ਗੱਲਾਂ ਕਰੋ, ਖਾਲਿਸਤਾਨ ਵਾਲੀਆਂ ਕਰੋ, ਭਿੰਡਰਾਂ ਵਾਲੀ ਗੱਲ ਕਰੋ, ਵੀ ਐਜੀਟੇਸ਼ਨ ਆ ਇਹ, ਇਸ ਤੋਂ ਫਿਰ ਆਪਾਂ ਧੱਕੇ ਨਾਲ ਇਹਨੂੰ ਖਰਾਬ ਕਰਕੇ ਕਬਜ਼ਾ ਕਰ ਲਈਏ। ਉਹਨਾਂ ਨੂੰ ਬਾਹਰ ਆਉਣਾ ਚਾਹੀਦਾ, ਅਤੇ ਅੱਜ ਵੀ ਆਪਣੇ ਭਰਾ ਜਿਹੜੇ ਦਿੱਲੀ ਆਏ ਉਹਨਾਂ ਨੂੰ ਸਾਂਭਣਾ ਚਾਹੀਦਾ, ਅਤੇ ਉਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਇਕੱਠੇ ਹੋ ਕੇ ਬਹਿ ਕੇ ਪੰਜਾਬੀ ਹੋ ਕੇ, BJP ਵਾਲੇ ਤਾਂ ਬਾਅਦ 'ਚ ਹੋਣਗੇ, ਕਾਂਗਰਸ ਵਾਲੇ ਅਸੀਂ ਬਾਅਦ 'ਚ, ਪਹਿਲਾਂ ਤਾਂ ਪੰਜਾਬੀ ਤੇ ਕਿਸਾਨ ਆ, ਮਜ਼ਦੂਰ ਆ, ਆੜ੍ਹਤੀਏ ਆ। ਅੱਜ ਨਿਕਲੋ ਇਹਨਾਂ ਨਾਲ, ਬੈਠੋ ਧਰਨੇ ਤੇ ਆ ਕੇ। ਤੁਸੀਂ ਕਹਿ ਰਹੇ ਹੋ ਬੈਠੋ ਧਰਨੇ ਤੇ, ਉੱਥੇ ਕਿਸੇ ਲੀਡਰ ਨੂੰ ਅੱਗੇ ਨਹੀਂ ਆਉਣ ਦੇ ਰਹੇ, ਕੋਈ ਵੀ ਜਾ ਰਿਹਾ, ਤੁਹਾਡਾ ਵੀ ਵਿਰੋਧ ਹੋਇਆ, ਸਾਰਿਆਂ ਦਾ ਹੋਇਆ। ਉਹ ਤਾਂ ਦੇਖੋ ਜੀ ਸਾਰਾ ਕਿਉਂਕਿ ਪੰਜਾਬ ਆਇਆ ਹੈ, ਉੱਥੇ ਤਾਂ 10 ਬੰਦੇ ਜਿਹੜੇ ਮੈਂ ਆਪਦੀ, ਚਲੋ ਮੇਰੀ ਗੱਲ ਕਰ ਲਓ, ਮੈਂ ਤੁਹਾਨੂੰ ਉਦਾਹਰਨ ਦੇ ਤੌਰ 'ਤੇ ਦੱਸਦਾ। ਇੱਕ ਉੱਥੇ ਅਕਾਲੀ ਵੀ ਨੇ, BJP ਵੀ ਵਾਲੇ, ਕਾਂਗਰਸ ਵਾਲੇ ਵੀ ਨੇ, ਉੱਥੇ ਆਮ ਆਦਮੀ ਵਾਲੇ ਵੀ ਨੇ। ਮੈਂ ਗਿਆ, ਸਮਝ ਲਓ, ਸਪੋਜ਼ ਕਰੋ ਮੈਂ ਹੁਣ ਗਿਆ, ਆਹ ਲੋਕ ਖੜੇ ਇਹਨਾਂ 'ਚ ਮੈਂ ਚਲੇ ਜਾਂਦਾ, ਜਿਹੜੇ ਮੇਰੇ ਕਾਂਗਰਸ ਵਾਲੇ ਉਸ ਪਿੰਡ ਦੇ ਲੋਕ ਨੇ ਉਹ ਆ ਕੇ ਮੈਨੂੰ ਜੱਫੀਆਂ ਪਾਉਣਗੇ, ਅਤੇ ਜਦੋਂ ਜਿਹੜੇ ਅਕਾਲੀ ਨਾਲ ਖੜੇ ਹੋਣਗੇ ਉਹ ਆ ਕੇ ਮੁਰਦਾਬਾਦ ਕਰਨਗੇ। ਇਸ ਗੱਲਾਂ ਤੋਂ ਇਹ ਜੇ ਪੋਲੀਟੀਕਲ ਬੰਦਾ ਕੋਈ ਵੀ ਹੋਵੇ, ਜੇ ਉਹ ਇਸ ਗੱਲ ਤੋਂ ਡਰਦਾ ਹੈ ਵੀ ਮੇਰੇ ਇੱਥੇ ਨਾਅਰੇ ਲੱਗ ਜਾਣਗੇ ਅਤੇ ਮੈਂ ਨਾ ਜਾਵਾਂ, ਫਿਰ ਉਹ ਕਾਹਦਾ ਸਿਆਸੀ ਬੰਦਾ ਹੈ? ਉਹ ਇਹ ਸਾਡੇ ਹੀ ਲੋਕ ਨੇ, ਸਾਡੇ ਉਲਟ ਨਾਅਰੇ ਲਾ ਲੈਣ, ਚਾਹੇ ਸਾਡੇ ਹੱਕ 'ਚ ਲਾ ਲੈਣ, ਉਹਦੇ ਨਾਲ ਕੀ ਫਰਕ ਪੈਂਦਾ ਹੈ? ਮੇਰੀ ਇੱਕ ਗੱਲ ਸਮਝਾਓ, ਜੇ ਅਸੀਂ ਆਮ ਇੱਕ ਕਿਸਾਨ ਬਣ ਕੇ ਜਾਣਾ, ਜੇ ਉਹਨਾਂ ਦੇ ਵਿੱਚੋਂ ਬਣ ਕੇ ਜਾਣਾ, ਅਤੇ ਫਿਰ ਨਾਅਰਿਆਂ ਤੋਂ ਡਰ ਕੇ ਜੇ ਬੈਠੇ ਰਹਿਣਾ ਹੈ। ਅਸੀਂ ਤਾਂ ਪੰਜਾਬ ਦੇ ਉਹ ਲੀਡਰ ਹਾਂ ਜਿਹੜੇ ਗੋਲੀਆਂ ਤੋਂ ਨਹੀਂ ਡਰੇ। ਇਹ ਨਾਅਰਿਆਂ ਦੀ ਕੀ ਗੱਲ ਹੋ ਗਈ ਯਾਰ? ਇਸ ਕਰਕੇ BJP ਵਾਲਿਆਂ ਨੂੰ ਬਿਲਕੁਲ ਕੋਈ ਪੰਜਾਬੀ ਨਹੀਂ ਹੈ ਕਹਿੰਦਾ, ਜੇ ਦੋ ਨਾਅਰੇ 5 ਮਿੰਟ ਲਾ ਵੀ ਲਊਗਾ, ਉਦੋਂ ਬਾਅਦ ਗੱਲ ਨਾਲ ਲਾ ਕੇ ਤੁਹਾਨੂੰ ਬਿਠਾ ਲੂਗਾ ਵੀ ਆ ਵੀ ਬੈਠ ਸਾਡੇ ਹੱਕ 'ਚ। ਇਹ ਤਾਂ ਗੱਲ 5 ਮਿੰਟ ਦੀ ਆ। ਉਹ ਮੀਡੀਆ 'ਚ ਦਿਖ ਜਾਂਦਾ ਕਿਸ ਦੇ ਨਾਅਰੇ, ਉਹ ਲੀਡਰ ਡਰਦੇ ਹੀ ਨਹੀਂ ਜਾਂਦੇ। ਨਾਅਰੇ ਕਈ ਕਹਿ ਲੈਣਗੇ, 5 ਮਿੰਟ ਕੋਈ ਨਾਅਰੇ ਲਾ ਲੂ, 10 ਮਿੰਟ ਲਾ ਲੂ, ਉਦੋਂ ਬਾਅਦ ਅਗਲੇ ਨਾਲ ਬਿਠਾ ਲੈਣਾ ਤੁਹਾਨੂੰ। ਇਸ ਕਰਕੇ BJP ਵਾਲਿਆਂ ਨੂੰ ਨਾਲ ਬਹਿਣਾ ਚਾਹੀਦਾ ਇਸ ਵੇਲੇ ਧਰਨਿਆਂ ਜਾ ਕੇ, ਨਾ ਕਿ ਇਹ ਕਹਿਣਾ ਚਾਹੀਦਾ ਵੀ ਇਹ ਧਰਨਾ ਕਾਂਗਰਸ ਦਾ। ਅਸੀਂ ਤਾਂ ਡਰਦੇ ਜਾਂਦੇ ਨਹੀਂ, ਘੱਟ ਜਾਂਦੇ ਆ ਨੇੜੇ, ਵੀ ਇਹ ਨਾ ਕਹਿ ਦੇਣ ਵੀ ਇਹ ਕਾਂਗਰਸ ਦਾ ਧਰਨਾ ਜੀ। ਪਰ BJP ਵਾਲੇ ਤਾਂ ਜਾ ਕੇ ਨਾਲ ਬਹਿ ਜਾਣ, ਜਿਹੜੇ ਪੰਜਾਬ ਦੇ ਲੀਡਰ ਨੇ, ਵੀ ਅਸੀਂ ਤੁਹਾਡੇ ਹੱਕ ਲਈ ਖੜੇ ਹਾਂ, ਫਿਰ ਪਤਾ ਲੱਗ ਜੂ। ਇੱਕ ਸਿੰਪਲ ਸ਼ਬਦਾਂ 'ਚ ਮੈਂ ਛੋਟਾ ਜਿਹਾ ਤੁਹਾਡਾ ਰਿਐਕਸ਼ਨ ਚਾਹਾਂਗਾ। ਜਿਹੜੇ ਜੀ ਤੁਸੀਂ ਕਹਿ ਰਹੇ ਹੋ ਕਿ ਇਹ ਮੰਗ ਹੋਣੀ ਚਾਹੀਦੀ ਹੈ, ਕੋਈ ਕਹਿ ਰਿਹਾ ਇਹ ਮੰਗ ਹੋਣੀ ਚਾਹੀਦੀ ਹੈ, ਅਸੀਂ ਵੀ ਕਈ ਕਿਸਾਨਾਂ ਨਾਲ ਗੱਲ ਕੀਤੀ, ਕੋਈ ਕਾਲਾ ਕਾਨੂੰਨ ਕਹਿ ਰਿਹਾ, ਕੋਈ ਹੋਰ ਚੀਜ਼ਾਂ ਕਹਿ ਰਿਹਾ, ਪਰ ਅਸਲ 'ਚ ਮੰਗ ਕੀ ਕੀਤੀ ਜਾਏ? ਕਿਉਂਕਿ ਸਰਕਾਰ ਨੇ ਇੱਕ ਤਰੀਕੇ ਨਾਲ ਸਾਫ਼ ਕਰਤਾ ਕਿ ਬਿੱਲ ਵਾਪਸ ਨਹੀਂ ਹੋਣਾ। ਅਮੈਂਡਮੈਂਟ ਨੂੰ ਸਰਕਾਰ ਅਮੈਂਡਮੈਂਟ 'ਤੇ ਜ਼ਰੂਰ ਗੱਲ ਕਰ ਰਹੀ ਹੈ, ਤਾਂ ਕਿਆ ਚੀਜ਼ ਜਿਹੜੀ ਜੇ ਅਮੈਂਡ ਕੀਤੀ ਜਾਏ ਜਿਹੜੀ ਫਾਇਦਾ ਦੇਗੀ? ਨਿਤਿਨ ਜੀ, ਇਹ ਤੁਸੀਂ ਬਹੁਤ ਹੀ ਇੰਪੋਰਟੈਂਟ ਕੁਐਸਚਨ ਪੁੱਛਿਆ। ਕਿਉਂਕਿ ਇੱਕ ਦਿਨ ਨਹੀਂ, 2 ਦਿਨ ਨਹੀਂ, ਟਾਕਸ ਟੇਬਲ 'ਤੇ ਆ ਕੇ ਹੋਣੀਆਂ ਹੀ ਹੋਣੀਆਂ, ਗੱਲਬਾਤ ਦਾ ਰਾਹ ਹੈ। ਹੁਣ ਅਸੀਂ ਬਹੁਤ ਗੱਲਾਂ ਇੰਨੀਆਂ ਕਰ ਲਈਆਂ ਕਿ ਅਸਲੀ ਮੁੱਦੇ ਤੋਂ ਨਾ ਕਿਤੇ ਭੁੱਲ ਜਾਈਏ। ਉਹ ਸੌਖੇ ਤਰੀਕੇ ਨਾਲ ਜਿਹੜੀਆਂ 3 ਗੱਲਾਂ ਹੈ, ਮੈਂ ਸਾਰੇ ਹੀ ਨੌਜਵਾਨ ਮੇਰੇ ਤੋਂ ਬਹੁਤ ਸੂਝਵਾਨ ਨੇ, ਪਰ ਜਿਹੜੇ ਆਮ ਲੋਕ ਬੈਠੇ ਆ ਉੱਥੇ, ਜਦੋਂ ਮੀਡੀਆ ਉਹਨਾਂ ਨਾਲ ਬਹੁਤ ਗੱਲ ਕਰ ਰਹੇ ਆ, ਬਹੁਤ ਚੈਨਲ ਗੱਲ ਕਰ ਰਹੇ ਆ, ਉਹਨਾਂ ਨੂੰ ਬਾਕੀ ਗੱਲਾਂ ਹੁਣ ਛੱਡ ਕੇ ਵੀ ਅਸੀਂ ਮੋਦੀ ਦਾ ਕੀ ਕਰ ਦੇਣਾ ਹੈ, ਅਸੀਂ ਕਿਸੇ ਦਾ ਕੀ ਕਰ ਦੇਣਾ, ਉਹ ਗੱਲਾਂ ਸਭ ਹੁਣ ਕੜੱਤਣ ਛੱਡ ਕੇ ਹੁਣ ਤਾਕਤ ਆਪਾਂ ਦਿਖਾਤੀ। ਹੁਣ ਅਸਲੀ ਮੁੱਦਿਆਂ 'ਤੇ ਆਉਣ, ਉਹ ਮੁੱਦੇ ਕੋਈ ਵੀ ਜਾਵੇ ਉਹ ਇੱਕੋ ਗੱਲ ਕਰੇ। ਆਹ 3 ਜਿਹੜੇ ਕਾਨੂੰਨ ਨੇ ਜਿਹੜੇ ਆ ਬਣਾਏ ਨੇ, ਪਹਿਲਾ ਸਾਡਾ ਕਾਨੂੰਨ ਇਹਨਾਂ ਨੇ 3 'ਚੋਂ, ਜਦੋਂ ਮੈਂ ਇਹਦਾ ਵਿਰੋਧ ਕੀਤਾ ਸੀ, ਆਹ ਛੋਟੀ ਜਿਹੀ ਪਰਚੀ ਹੈ ਇੱਕ, APMC ਜਿਹੜਾ ਮੰਡੀਆਂ ਦਾ ਆਪਣਾ, ਸਮਝ ਗਏ ਨਾ? ਉੱਥੇ ਹਰ ਸੂਬੇ 'ਚ ਇੱਕ ਮੰਡੀ ਹੁੰਦੀ ਆ, ਚਾਹੇ ਛੋਟੀ ਮੰਡੀ ਕਿਸੇ ਕਸਬੇ ਦੀ ਲਾ ਲਓ, ਚਾਹੇ ਵੱਡੀ ਲਾ ਲਓ, ਉੱਥੇ ਆੜ੍ਹਤੀਏ ਹੁੰਦੇ ਆ। ਆੜ੍ਹਤੀਏ ਨੂੰ ਲਾਇਸੈਂਸ ਦਿੱਤਾ ਹੁੰਦਾ ਸਰਕਾਰ ਨੇ, ਅਤੇ ਉਹੀ ਬਿਹਾਫ ਆਫ ਸਰਕਾਰ ਉਹ ਖਰੀਦ ਕਰਦਾ FCI ਦੀ ਸਾਡੀ, ਉਹਨੂੰ 2% ਜਿਹੜਾ ਮਿਲਦਾ, ਬਾਕੀ ਜਿਹੜਾ ਹੈ ਕਿਸਾਨ ਦੇ ਖਾਤੇ 'ਚ ਪੈਸੇ ਆ ਜਾਂਦੇ ਆ। ਹੁਣ ਕੀ ਕੀਤਾ ਇਹਨਾਂ ਨੇ ਇਸ ਐਕਟ 'ਚ? ਕਿਉਂਕਿ ਜਿਹੜੀ ਮੇਰੀ ਇੱਕ ਗੱਲ ਸਮਝੋ, 12,000 ਬਿਲੀਅਨ ਦੀ ਇਹ ਮਾਰਕੀਟ ਆ, ਜਿਹੜੀ ਕਿ ਇੱਕ ਗੱਲ ਹੋਰ ਮੈਂ ਤੁਹਾਨੂੰ ਕਹਿ ਦਿੰਦਾ, ਇਹ ਗਲਤ ਗੱਲ ਕਰਦਾ ਹੈ ਕੋਈ ਜੇ ਕਹਿੰਦਾ ਹੈ ਵੀ ਇਹ ਇਕੱਲਾ ਕਿਸਾਨਾਂ ਦਾ ਇਹ 3 ਬਿੱਲਾਂ ਨਾਲ ਫਰਕ ਪੈਣਾ।
80% ਆਪਣੀ ਆਬਾਦੀ ਤੇ ਫਰਕ ਪੈਣਾ। ਕਿਉਂ? ਜੇ ਕਿਤੇ ਕਿਸਾਨਾਂ ਦਾ ਹੋਣਾ, ਇਹ ਜਿਹੜਾ ਰਿਟੇਲ ਖੁਦਰਾ ਵਪਾਰ ਜਿਹਨੂੰ ਆਪਾਂ ਪਰਚੂਨ ਕਹਿੰਦੇ ਆ ਪੰਜਾਬੀ 'ਚ, ਪਰਚੂਨ ਦਾ ਵਪਾਰ, ਇਹ ਦੁਨੀਆ ਦਾ ਸਭ ਤੋਂ ਬੜਾ ਵਪਾਰ ਆ, 12,000 ਬਿਲੀਅਨ ਦਾ। ਕਿਉਂ ਨਹੀਂ? WhatsApp ਕੰਪਨੀ ਸਭ ਤੋਂ ਵੱਡੀ ਕੰਪਨੀ ਆ ਦੁਨੀਆ ਦੀ, ਉਹ ਨਿਵੇਸ਼ ਕਰਦੀ ਹੁਣ ਆ ਕੇ ਇੰਡੀਆ 'ਚ। ਆ ਗੂਗਲ ਵਾਲੇ ਸਾਰੇ ਹੀ ਜਾਣਦੇ ਆ, ਗੂਗਲ ਵਾਲੇ ਰਿਲਾਇੰਸ ਨਾਲ ਆ ਕੇ ਕਿਉਂ ਐਡਾ ਵੱਡਾ ਰਿਟੇਲ ਦਾ ਬਿਜ਼ਨਸ ਕਰ ਰਹੇ ਆ ਜੀ। ਤੇ ਉਹਨਾਂ ਦੇ ਲਈ ਤਿੰਨੋਂ ਬਿੱਲ ਜਿਹੜੇ ਆ ਉਹ ਸੋਧ ਕੀਤੀ ਗਈ, ਉਹ ਤਿੰਨੋਂ ਬਿੱਲ। ਕਿਉਂਕਿ ਜੇ ਉਹ ਵੱਡੀਆਂ ਕੰਪਨੀਆਂ, ਇਹ ਗੂਗਲ, ਰਿਲਾਇੰਸ ਜਾਂ ਹੋਰ ਵੀ 50 ਕੰਪਨੀਆਂ ਵੱਡੀਆਂ, ਮੈਂ ਨਾਂ ਜੇ ਲਵਾਂ, ਜੇ ਉਹਨਾਂ ਨੇ ਵਪਾਰ ਕਰਨਾ, ਨਹੀਂ ਹਰ ਜਗ੍ਹਾ ਉਹਨਾਂ ਨੂੰ ਇੱਕ ਆੜਤੀਆ ਬਿਠਾਉਣਾ ਪਊਗਾ, ਹਰ ਸੂਬੇ 'ਚ, ਹਰ ਉਹ 'ਚ, ਛੋਟੇ ਸ਼ਹਿਰ 'ਚ। ਅਤੇ ਦੂਜੀ ਗੱਲ, ਟੈਕਸੇਸ਼ਨ ਦਾ ਬੜਾ ਵੱਡਾ ਫਰਕ ਆ, ਕਿਤੇ 2% ਆ, ਕਿਤੇ 4 ਵੇਰੀ ਕਰਦਾ 6% ਤੱਕ ਟੈਕਸੇਸ਼ਨ ਦਾ ਫਰਕ ਆ। ਅਤੇ ਆਪਣੀ ਮੰਡੀ ਜਿਹੜੀ, ਜਿਹਨੂੰ ਮਾਰਕੀਟ ਕਮੇਟੀ ਆਪਾਂ ਕਹਿੰਦੇ ਆ, ਉਹਨਾਂ ਦਾ ਫਰਕ ਆ। ਸਾਰਿਆਂ 'ਚੋਂ ਲਾਇਸੈਂਸ ਲੈਣੇ ਪੈਣਗੇ। ਅਤੇ ਉਹਨਾਂ ਨੇ ਫੈਸਲਾ ਕਰਤਾ ਇਸ ਪਾਰਲੀਮੈਂਟ 'ਚ, ਮੋਦੀ ਸਾਹਿਬ ਨੇ, ਵੀ 1 ਨੇਸ਼ਨ 1 ਮੰਡੀ, ਵੀ ਕੋਈ ਕਿਤੋਂ ਲਾਇਸੈਂਸ ਲੈਣ ਦੀ ਲੋੜ ਹੀ ਨਹੀਂ। ਅੰਬਾਨੀ ਬੈਠਾ ਦਿੱਲੀ, ਗੂਗਲ ਵਾਲੇ ਬੈਠੇ ਆ ਬਾਹਰ ਅਮਰੀਕਾ, ਕੈਨੇਡਾ, ਕਿਤੇ ਉੱਥੋਂ ਹੀ ਖਰੀਦ ਕਰਨਗੇ ਸਾਰੇ ਇਕੱਠੇ। ਪੰਜਾਬ ਦੀ ਸਾਰੀ ਖਰੀਦ ਕਰ ਲੈਣਗੇ, ਹਰਿਆਣੇ ਦੀ ਕਰ ਲੈਣਗੇ। ਹਾਂ, ਉਦੋਂ ਬਾਅਦ ਖਰੀਦ ਹੋ ਗਈ, ਮੰਡੀਆਂ ਤੋੜਤੀਆਂ। ਆਪਾਂ ਚਾਹੁੰਦੇ ਹਾਂ ਵੀ ਮੰਡੀਆਂ ਰਹਿਣ। ਆਪਣੀ ਮੰਗ ਕੀ ਆ? ਆਪਾਂ ਕਰਨੀ ਆ ਮੰਡੀਆਂ ਰਹਿਣ। ਉਹਨਾਂ ਨੇ ਕੀ ਕੀਤਾ ਵੀ ਮੰਡੀਆਂ ਤੋੜਤੀਆਂ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਐਡਾ ਵੱਡਾ ਵਪਾਰ ਆ। ਦੂਜੀ ਗੱਲ, ਦੂਜਾ ਬਿੱਲ ਆ ਗਿਆ ਕਿਹੜਾ? ਅੱਗੇ ਕੀ ਸੀ? ਹੋਰਡਿੰਗ, ਜਿਹਨੂੰ ਕਹਿੰਦੇ ਆ ਜਮ੍ਹਾਂਬੰਦੀ। ਜਦੋਂ ਅੱਗੇ ਕੋਈ ਵੀ ਜਮ੍ਹਾਂਬੰਦੀ ਨਹੀਂ ਕਰ ਸਕਦਾ ਸੀ, ਪਿਆਜ਼, ਟਮਾਟਰ, ਆਲੂ, ਸਬਜ਼ੀਆਂ, ਫਰੂਟ ਨਹੀਂ ਕਰ ਸਕਦਾ ਸੀ ਹੋਰਡਿੰਗ, ਉਹਨੂੰ ਖ਼ਤਮ ਕਰਨ ਲਈ ਐਸੈਂਸ਼ੀਅਲ ਕਮੋਡਿਟੀ ਬਿੱਲ ਜਿਹੜਾ ਲਿਆਂਦਾ, ਜੀ ਸੋਧ ਕੀਤੀ ਆ ਵੀ ਕੋਈ ਵੀ ਜਿੰਨੀ ਮਰਜ਼ੀ ਖਰੀਦ ਕਰਕੇ, ਜਿੰਨਾ ਮਰਜ਼ੀ ਜਿਹੜਾ ਉਹ ਆਪਣੇ ਸਾਈਲੋ ਬਣਾਵੇ, ਜਿੰਨੇ ਮਰਜ਼ੀ ਆਪਣੇ ਗੋਦਾਮ ਬਣਾਵੇ, ਅਤੇ ਉਹਨਾਂ ਦੇ ਵਿੱਚ ਇਹ ਜਿਹੜਾ ਸਾਰਾ ਖਰੀਦਿਆ ਜਦੋਂ ਮੰਡੀਆਂ ਤੋਂ ਖਤਮ ਹੋ ਜਾਣਗੀਆਂ। ਵੀ ਕਿਤੋਂ ਵੀ, ਇਹ ਪਹਿਲਾਂ ਵੀ ਸੀ, ਇਹ ਗਲਤ ਕਹਿ ਰਹੇ ਆ, ਪਹਿਲਾਂ ਵੀ ਮੰਡੀਆਂ ਤੋਂ ਬਾਹਰ ਕਿਤੇ ਵੀ ਕੋਈ ਵੇਚ ਸਕਦਾ ਸੀ, ਖਰੀਦ ਕਰ ਸਕਦਾ ਸੀ। ਇਹ ਗਮਰਾਹ ਕਰਨ ਦੀ ਗੱਲ ਆ। ਉਹ ਖਰੀਦ ਕੇ ਆਪਣੇ ਗੋਦਾਮਾਂ 'ਚ, ਉਹਨਾਂ ਚਿਰ ਹੋਰਡਿੰਗ ਨੂੰ ਕੋਈ ਛੇੜੂਗਾ ਨਹੀਂ, ਜਿੰਨਾ ਮਰਜ਼ੀ ਕਰ ਲਓ। ਜਿੰਨਾ ਚਿਰ ਅੱਜ ਜਿਹੜੀ ਕੀਮਤ ਆ, ਜੇ 15 ਰੁਪਏ ਕਿਲੋ ਪਿਆਜ਼ ਵਿਕ ਰਿਹਾ, ਟਮਾਟਰ ਵਿਕ ਰਿਹਾ, ਜਾਂ 4 ਰੁਪਏ 5 ਰੁਪਏ ਵਿਕ ਰਿਹਾ, 100 ਗੁਣਾ ਜੇ ਉਹਦੀ ਕੀਮਤ ਨਹੀਂ ਵੱਧਦੀ, ਕਿੰਨੀ 100 ਗੁਣਾ ਕੀਮਤ ਨਹੀਂ ਵੱਧਦੀ, ਉਹਨਾਂ ਚਿਰ ਸਰਕਾਰ ਇੰਟਰਵੀਨ ਨਹੀਂ ਕਰੇਗੀ। ਦੂਜਾ ਕਾਨੂੰਨ ਖਤਮ ਕਰਤਾ ਉਹਨਾਂ ਲਈ। ਤੀਜਾ ਲਿਆਂਦਾ ਹੈ ਕੰਟਰੈਕਟ ਫਾਰਮਿੰਗ ਵਾਲਾ। ਇੱਥੇ ਬੈਠਾ ਅੰਬਾਨੀ, ਅਡਾਨੀ, ਗੂਗਲ, WhatsApp ਜਾਂ ਹੋਰ ਪੰਜਾਬ ਵਾਲੇ ਇਹ ਦੇਖਣਗੇ ਵੀ ਜਿਹੜੀ ਵਰਲਡ ਪਾਵਰ ਆ, ਜਿਹੜੀ ਇਸ ਵੇਲੇ ਵਰਲਡ ਡਿਮਾਂਡ ਆ, ਦੁਨੀਆ ਦੀ ਡਿਮਾਂਡ ਆ, ਵੀ ਕਿਹੋ ਜਿਹੀ ਦਾਲ ਚਾਹੀਦੀ ਆ, ਕਿਹੋ ਜਿਹਾ ਝੋਨਾ ਚਾਹੀਦਾ, ਕਿਹੋ ਜਿਹੀ ਵੀਟ ਚਾਹੀਦੀ ਆ, ਕਿਹੋ ਜਿਹੇ ਫਲ ਚਾਹੀਦੇ ਆ, ਉਹ ਆਪਣੇ ਕਿੱਤੇ ਦੇ ਹਿਸਾਬ ਨਾਲ ਨਹੀਂ, ਆਪਣੇ ਏਰੀਏ ਦੇ ਹਿਸਾਬ ਨਾਲ ਨਹੀਂ, ਵੀ ਜਿਹੋ ਜਿਹੀ ਜ਼ਮੀਨ ਆ, ਜਿਵੇਂ ਅੱਜ ਕਿਸਾਨ ਆਪਣੀ ਮਰਜ਼ੀ ਨਾਲ ਕਿਤੇ ਮੱਕੀ ਬੀਜਦਾ, ਕਿਤੇ ਗੰਨਾ ਲਾਉਂਦਾ, ਨਹੀਂ, ਉਹਦੇ ਹਿਸਾਬ ਨਾਲ ਜਿਹੜਾ ਵਪਾਰੀ ਆ, ਉਹਦੇ ਹਿਸਾਬ ਦੇ ਨਾਲ ਬੀਜਿਆ ਜਾਊਗਾ। ਬੀਜ ਜਿਹੜਾ ਉਹ ਭੇਜੂਗਾ। ਆਪਣੀ ਮਰਜ਼ੀ ਨਾਲ ਤੁਸੀਂ ਕਣਕ, ਝੋਨਾ ਨਹੀਂ ਬੀਜ ਸਕਦੇ। ਤਿੰਨੋਂ ਗੱਲਾਂ, ਖਰੀਦ ਜਿੱਥੋਂ ਮਰਜ਼ੀ ਕਰ ਲਈ, ਜਿੰਨਾ ਮਰਜ਼ੀ ਹੋਲਡ ਕਰ ਲਿਆ, ਜਿੰਨਾ ਮਰਜ਼ੀ ਜਮ੍ਹਾਂ ਕਰ ਲਿਆ, ਜਿਹੜਾ ਮਰਜ਼ੀ ਕਿਸਾਨ ਤੋਂ ਭਿਜਵਾ ਲਿਆ, ਜਿਹੜਾ ਮਰਜ਼ੀ ਲਵਾ ਲਿਆ। ਇਸ ਕਰਕੇ ਇਹ ਨੁਕਸਾਨ ਕੱਲਾ ਕਿਸਾਨ ਦਾ ਨਹੀਂ, ਸਾਰੇ 80% ਸਾਡੇ ਦੇਸ਼ ਦਾ ਜਿਹੜਾ ਹੈ ਉਹ ਨੁਕਸਾਨ, ਉਹਨਾਂ ਲਈ ਇਹ ਹਾਨੀਕਾਰਕ ਬਿੱਲ ਆ। ਇਸ ਕਰਕੇ ਇਹ ਗਲਤ ਪ੍ਰਚਾਰ ਹੋ ਰਿਹਾ ਵੀ ਕੱਲਾ ਕਿਤੇ ਕਿਸਾਨ ਦਾ ਨੁਕਸਾਨ ਆ। ਇਸ ਕਰਕੇ ਸਾਰੇ ਰਲ ਕੇ ਇਹਨੂੰ ਰੋਕ ਲਓ। ਤੇ ਨਹੀਂ, ਬੜੀਆਂ 50 ਕੰਪਨੀਆਂ ਆਪਣੀ ਮਰਜ਼ੀ ਨਾਲ ਸਾਰਾ ਖਰੀਦ ਕੇ ਸਮਾਨ, ਆਪਣੀ ਮਰਜ਼ੀ ਨਾਲ ਜਮ੍ਹਾਂ ਕਰਕੇ ਸਮਾਨ, ਆਪਣੀ ਮਰਜ਼ੀ ਨਾਲ ਜੋ ਕੁਝ ਲਵਾਉਣਾ ਚਾਹੁੰਦੇ ਆ, ਵਜਵਾਉਣਾ ਚਾਹੁੰਦੇ ਆ, ਉਹ ਹੋਏਗਾ। ਇਹ ਸਿੰਪਲ ਗੱਲਾਂ ਇਹ ਤਿੰਨੋਂ। ਇਸ ਕਰਕੇ ਕਿਸਾਨ ਐਵੇਂ ਨਹੀਂ ਬੈਠਾ, ਕਿਸਾਨ ਬੜਾ ਸਮਝਦਾਰ ਆ। ਇਸ ਕਰਕੇ ਉਹ ਆ ਕੇ ਬੈਠਾ ਹੈ ਵੀ ਅਗਲਾ ਹੋਰ ਜਿਹੜਾ ਚੌਥਾ ਕਾਨੂੰਨ, ਜਿਹੜਾ ਪਾਵਰ, ਜਿਹੜਾ ਕਿ ਬਿਜਲੀ ਦਾ ਕਾਨੂੰਨ ਆ ਰਿਹਾ, ਉਹ ਵੀ ਨਾਲ ਆ, ਇਹਦੇ ਨਾਲ ਲੈਣਾ ਹੈ, ਇਹ ਛੱਡ ਕੇ ਨਹੀਂ ਜਾਣਾ। ਅੱਗੇ ਕੀ ਸੀ ਵੀ ਸਾਰੀਆਂ ਖੇਤੀ ਅਧਿਕਾਰ ਵੀ ਕਿਹਦੇ ਕੋਲ ਸੀ? ਸਟੇਟ ਇਸ਼ੂ ਸੀ। ਇਹਨਾਂ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਵਿੱਚ ਮੰਡੀਆਂ ਤੋੜ ਦਿਓ, ਹੋਰਡਿੰਗ ਖਤਮ, ਜਿੰਨੀ ਮਰਜ਼ੀ ਕਰ ਲਓ, ਜੋ ਬੀਜੂਗਾ ਉਹ ਸਾਰੇ ਸਟੇਟ ਇਸ਼ੂ ਸੀ। ਇਹ ਆਪਣੇ ਕੋਲ ਲੈ ਰਹੇ ਆ। ਬਿਜਲੀ ਵੀ ਆਪਾਂ ਆਪਣੀ ਮਰਜ਼ੀ ਨਾਲ 3 ਰੁਪਏ ਯੂਨਿਟ, ਇੰਡਸਟਰੀ ਨੂੰ 2 ਰੁਪਏ ਯੂਨਿਟ, 4 ਰੁਪਏ ਯੂਨਿਟ, ਜਿੰਨੀ ਮਰਜ਼ੀ ਨਾਲ ਦਿੰਦੇ ਆ। 6000 ਕਰੋੜ ਦੀ ਜਿਵੇਂ ਪੰਜਾਬ 'ਚ ਆਪਾਂ ਬਿਜਲੀ ਮਾਫ ਕਰਦੇ ਹਾਂ,
ਤੇ ਆਪਣੇ ਪਾਵਰ ਪਲਾਂਟ ਨੇ ਉੱਥੋਂ ਆਪਾਂ 1 ਰੁਪਏ 2 ਰੁਪਏ ਯੂਨਿਟ ਖਰੀਦਦੇ ਆ। ਇਹ ਬਿਜਲੀ ਸਾਰੀ ਆਪਣੇ ਕੋਲ ਲਿਆ ਰਹੇ ਆ, ਜਿਹੜਾ ਕਿ ਇਹਨਾਂ ਦਾ ਜਿਹੜਾ ਪੂਲ ਹੋਏਗਾ ਉਹਦੇ ਵਿੱਚ ਸਾਰੀ ਬਿਜਲੀ ਆਏਗੀ। ਆਪਣੀ ਮਰਜ਼ੀ ਨਾਲ 10 ਰੁਪਏ 12 ਰੁਪਏ ਯੂਨਿਟ ਆ ਇਹ ਸਟੇਟ ਨੂੰ ਵੇਚਣਗੇ। ਜਿਹੜੀ 6000 ਕਰੋੜ ਦੀ ਆਪਾਂ ਬਿਜਲੀ ਕਿਸਾਨਾਂ ਨੂੰ ਫ੍ਰੀ ਲੈਂਦੇ ਆ, ਉਹੀ ਆਪਾਂ ਨੂੰ 20000 ਕਰੋੜ ਦੀ ਇਹਨਾਂ ਤੋਂ ਬਿਜਲੀ ਖਰੀਦ ਕੇ ਉਹਨਾਂ ਨੂੰ ਦੇਣੀ ਪਊਗੀ। ਤੇ ਘਰਾਂ ਦੇ ਇੰਡਸਟਰੀ ਦੇ ਪਤਾ ਨਹੀਂ ਕਿੰਨੇ ਰੁਪਏ ਪਰ ਯੂਨਿਟ ਬਿਜਲੀ ਹੋਏਗੀ। ਇਹ ਅੱਗੇ ਕੀ ਸੀ, ਆਪਣਾ ਫੈਡਰਲ ਢਾਂਚਾ ਵੀ ਸਾਰੀਆਂ ਸਟੇਟਸ ਨੂੰ ਪਾਵਰ ਨੇ, ਇਹ ਸਾਰੀਆਂ ਪਾਵਰਸ ਆਪਣੇ ਕੋਲ ਸੈਂਟਰ ਦੇ ਲੈਣ ਲੱਗੇ ਵੀ ਸੀਐਮਾਂ ਕੋਲ ਸਟੇਟ ਕੋਲ ਕੋਈ ਕਾਨੂੰਨ ਬਣਾਉਣ ਦੀ ਤਾਕਤ ਨਾ ਰਵੇ, ਸਾਰਾ ਕੁਝ ਪ੍ਰਾਈਮ ਮਿਨਿਸਟਰ ਦੇ ਕੋਲ ਆ ਜੇ। ਇੱਕ ਤਰ੍ਹਾਂ ਦਾ ਰਾਸ਼ਟਰਪਤੀ ਜਿਵੇਂ ਇੱਕ ਪ੍ਰੈਜ਼ੀਡੈਂਟ ਰੂਲ ਆ ਉਸ ਤਰੀਕੇ ਦਾ ਲਿਆਉਣਾ ਚਾਹੁੰਦੇ ਆ, ਪਰ ਬਹੁਤ ਨੁਕਸਾਨ ਹੋ ਗਿਆ ਭਰਾਵੋ। ਕੋਈ ਵੀ ਇਹ ਮਤ ਸੋਚੋ ਵੀ ਇਹ ਕਿਸੇ ਪਾਰਟੀ ਦਾ, ਜੇ 40,000 ਕਰੋੜ ਰੁਪਈਏ ਦਾ ਸਾਡੀ ਇੰਡਸਟਰੀ ਮਰ ਗਈ, ਆਪਣਾ ਕਰੋਨਾ ਇੰਨਾ ਆ ਗਿਆ, ਤੇ ਉਦੋਂ ਬਾਅਦ ਮਾਰਚ ਦੇ ਲੱਗੇ ਆ ਯਾਰ, ਆ ਕਿਹੜਾ ਮਹੀਨਾ ਆ ਗਿਆ, ਸਾਲ ਖਤਮ ਹੋਣ ਵਾਲਾ ਏ, ਫਿਰ ਸਾਡਾ ਪੰਜਾਬ ਤੇ ਹਰਿਆਣੇ ਦਾ ਕਿਸਾਨ ਸੜਕਾਂ ਤੇ ਬੈਠਾ। ਕਦ ਆਪਾਂ ਬਿਜ਼ਨਸ ਸੁਧਾਰਾਂਗੇ? ਨੋਟਬੰਦੀ ਤੋਂ ਬਾਅਦ GST ਇਹ ਲੈ ਗਏ, ਇਹਨਾਂ ਨੂੰ ਸੀ ਵੀ ਉਵੇਂ ਹੀ ਸਹਿ ਲੈਣਗੇ ਲੋਕ, ਜਿਵੇਂ ਅਸੀਂ ਨੋਟਬੰਦੀ ਕਰਤੀ GST। ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਇਹ ਕਿਸਾਨ ਆ, ਇਹ ਧਰਤੀ ਪੁੱਤਰ ਆ। ਇਹ ਦੇਖੋ, ਕੋਈ ਵੀ ਦਰਖਤ, ਕੋਈ ਵੀ ਚੀਜ਼ ਉਹਦੀ ਜੜ ਜੇ ਸੁੱਕ ਜੇ ਨਾ, ਜੇ ਜੜ ਉਹਦੀ ਵੱਢੀ ਜਾਵੇ ਤਾਂ ਦਰਖਤ ਸੁੱਕਦਾ ਏ। ਪਰ ਇੱਕ ਮਾਂ ਏ, ਮਾਂ ਜਿਹਦਾ ਫੁੱਲ, ਜਿਹਦਾ ਬੂਟਾ, ਜਿਹਦਾ ਫਰੂਟ, ਜਿਹਦਾ ਪੁੱਤ, ਜੇ ਉਹ ਮਰ ਜੇ ਤਾਂ ਇੱਕੋ ਇੱਕ ਮਾਂ ਏ ਜਿਹੜੀ ਕਿ ਉਦੋਂ ਬਾਅਦ ਬੰਜਰ ਹੋ ਜਾਂਦੀ ਹੈ, ਉਦੋਂ ਬਾਅਦ ਮਰ ਜਾਂਦੀ ਹੈ। ਤੇ ਇਹ ਧਰਤੀ ਮਾਂ ਦੇ ਇਹ ਫੁੱਲ ਨੇ, ਬੂਟੇ ਨੇ, ਕਿਸਾਨ ਮਜ਼ਦੂਰ ਜਿਨ੍ਹਾਂ ਨੂੰ ਮੋਦੀ ਸਾਹਿਬ ਤੁਸੀਂ ਮਾਰਨ ਲੱਗੇ ਹੋ। ਜੇ ਤੁਸੀਂ ਇਹ ਬੂਟਿਆਂ ਨੂੰ, ਇਹ ਫੁੱਲਾਂ ਨੂੰ ਮਾਰਤਾ ਤਾਂ ਆਪਣੀ ਧਰਤੀ ਮਾਂ ਵੀ ਜਿਹੜੀ ਮਰ ਜਾਣੀ ਆ, ਉਹਨੇ ਰਹਿਣਾ ਨਹੀਂ ਇਹ ਕਿਸਾਨਾਂ ਤੋਂ ਬਗੈਰ। ਇਸ ਕਰਕੇ ਸੀਰੀਅਸ ਲੈ ਕੇ ਛੱਡੋ ਛੋਟੀਆਂ ਇਲੈਕਸ਼ਨਾਂ ਹੈਦਰਾਬਾਦ, ਤੁਸੀਂ ਕੀ ਕਰਦੇ ਹੋ ਕੀ ਨਹੀਂ। ਕੱਲ੍ਹ ਨੂੰ ਹੀ ਸ਼ਰਤਾਂ ਤੋਂ ਬਗੈਰ, ਜਿੱਥੇ ਕਿਸਾਨ ਬੈਠਾ ਏ ਬਰਾੜੀ 'ਚ ਬਹਿ ਜੂ ਆ ਕੇ, ਜਾਂ ਥੋੜ੍ਹੀਆਂ ਜਗ੍ਹਾ ਦੇਣ 'ਚ ਕੀ ਫਰਕ ਆ? ਜਿੱਥੇ ਬੈਠਾ ਤਾਂ ਟਿਕੇ ਹੀ ਬੈਠਾ, ਉਹ ਤਾਂ ਬੈਠ ਹੀ ਗਿਆ। ਹੁਣ ਤੁਸੀਂ ਇਹ ਕਿਉਂ ਕਹਿੰਦੇ ਹੋ ਵੀ ਇੱਥੇ ਆ ਜਾ, ਹੁਣ ਇੱਥੇ ਆ ਜਾ? ਜਦ ਦੇਖੋ, ਜਦੋਂ ਆਉਣਾ ਚਾਹੁੰਦਾ ਸੀ ਦਿੱਲੀ, ਤੁਸੀਂ ਹਰਿਆਣੇ ਬੜੀਆਂ ਜਿਹੜੀਆਂ ਉਹਦੇ ਮੂਹਰੇ ਬੰਨ ਲਾਤੇ, ਬੜੇ ਟੋਹੇ ਪੱਟ ਤੇ ਬੰਕਰ ਬਣਾਤੇ। ਜਦੋਂ ਆਉਣਾ ਚਾਹੁੰਦਾ ਸੀ ਦਿੱਲੀ, ਤੁਸੀਂ ਅਥਰੂ ਗੈਸ ਸਿੱਟਤੇ, ਖੱਟਰ ਸਾਹਿਬ ਉੱਥੇ ਰੋਕਣ ਲੱਗ ਗਏ। ਹੁਣ ਜਦੋਂ ਉੱਥੇ ਬਹਿ ਗਿਆ, ਹੁਣ ਤੁਸੀਂ ਕਹਿੰਦੇ ਨਹੀਂ ਇੱਥੇ ਨਹੀਂ ਬੈਠਣਾ, ਹੁਣ ਤੂੰ ਆਹ ਗਰਾਊਂਡ 'ਚ ਆ ਕੇ ਬੈਠ। ਕੀ ਕਰਨ ਲੱਗੇ ਹੋਏ ਹੋ? ਹੁਣ ਜਿੱਥੇ ਬਹਿ ਗਿਆ। ਤੇ BJP ਵਾਲੇ ਲੀਡਰ ਆਪ ਪੰਜਾਬ ਦੇ ਪਹਿਲ ਕਰਨ, ਮੂਹਰੇ ਹੋ ਕੇ ਹਿੰਮਤ ਦਿਖਾਉਣ, ਨਾਰੇ ਲੱਗਦੇ ਆ, ਮੁਰਦਾਬਾਦ ਲੱਗਦਾ, ਕੋਈ ਗੱਲ ਨਹੀਂ। ਉਹ ਸਾਡੇ ਭਰਾ ਨੇ, ਕੋਈ ਪਾਕਿਸਤਾਨ ਵਾਲੇ ਨਾਰੇ ਮਾਰਦਾ, ਸਾਡੇ ਉਲਟ ਮਾਰ ਲੈਣਗੇ, ਫਿਰ ਕੀ ਹੋ ਜਾਊਗਾ? ਇਸ ਕਰਕੇ ਉਹਨਾਂ ਨੂੰ ਗੱਲ ਲਾਉਣ, ਲੈ ਕੇ ਉਹਨਾਂ ਨੂੰ ਮੋਦੀ ਸਾਹਿਬ ਅਮਿਤ ਸ਼ਾਹ ਜੀ ਦੇ ਕੋਲ ਜਾ ਕੇ ਗੱਲ ਮੁਕਾਉਣ। ਹੋਰ ਕਿਤੇ ਗੱਲ ਮੁੱਕਣੀ ਨਹੀਂ। ਅੱਜ ਆ ਜਾਣਗੇ ਦੁਬਾਰਾ, ਕੱਲੇ ਜਥੇਬੰਦੀ ਨੂੰ, ਕੱਲੇ ਨੌਜਵਾਨ ਨੂੰ ਇੱਕ ਸੁਨੇਹਾ ਦੇਣ, ਮੈਸੇਜ ਦੇਣ, ਭਾਈ ਖੁੱਲ੍ਹੀਆਂ ਬਾਵਾਂ ਨਾਲ ਆ ਜਾਓ। ਤੇ ਪਹਿਲਾਂ ਤੁਹਾਨੂੰ ਮੈਂ ਕਹਿਤਾ ਵੀ ਮੁੜ ਜਾਓ ਸਾਰੇ ਘਰੇ, ਅਸੀਂ ਤੁਹਾਨੂੰ ਤੰਗ ਨਹੀਂ ਕਰਨਾ ਚਾਹੁੰਦੇ। ਪਵਿੱਤਰ ਦਿਹਾੜਾ ਗੁਰੂ ਨਾਨਕ ਦੇਵ ਜੀ ਦਾ, ਸਾਡੇ 500 ਸਾਲ ਤੋਂ ਕਿੰਨਾ ਆਪਾਂ ਵੱਡਾ ਮਨਾਇਆ, 1 ਸਾਲ ਹੋ ਗਿਆ, 51ਵਾਂ ਸਾਲ ਹੋ ਜਾਣਾ। ਤੇ ਇਸ ਦਿਹਾੜੇ ਤੇ ਤੁਸੀਂ ਤਿੰਨੋਂ ਬਿੱਲ ਵਾਪਸ ਲੈ ਕੇ, ਵੀ ਜੋ ਤੁਸੀਂ ਇਹ 'ਚ ਅਮੈਂਡਮੈਂਟ ਚਾਹੁੰਦੇ ਹੋ ਉਹ ਅਸੀਂ ਕਰਾਂਗੇ, ਤੇ ਤੁਸੀਂ ਹੁਣ ਘਰਾਂ ਨੂੰ ਵਾਪਸ ਮੁੜ ਜਾਓ, ਇੰਨੀ ਗੱਲ ਹੈ। ਬਿਲਕੁਲ, ਰਵਨੀਤ ਸਿੰਘ ਬਿੱਟੂ ਹੋਰਾਂ ਨੇ ਲੰਬੀ ਗੱਲਬਾਤ ਕੀਤੀ, ਕਿਸਾਨਾਂ ਨੇ ਕਿਆ ਕੁਛ ਮੰਗ ਜਿਹੜੀ ਕਰਨੀ ਚਾਹੀਦੀ ਹੈ ਤੇ ਹੁਣ ਅੰਦੋਲਨ ਕਿਸ ਤਰ੍ਹਾਂ ਅੱਗੇ ਹੋ ਸਕਦਾ, ਇਹਨੂੰ ਲੈ ਕੇ ਚਰਚਾ ਕੀਤੀ ਤੇ ਸਾਰੀਆਂ ਗੱਲਾਂ ਸਾਹਮਣੇ ਰੱਖੀਆਂ। दिल्ली तो कैमरामैन लक्ष्मण नितिन दीवान, दैनिक सवेरा टीवी। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।